ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਜਿਹਦੇ ਵਿੱਚ ਸਾਡੇ ਕੋਲੋਂ ਪਦਮ ਸ਼੍ਰੀ ਅਵਾਰਡ ਜਿਹਨੇ ਪ੍ਰਾਪਤ ਕੀਤਾ ਪ੍ਰੋਫੈਸਰ ਕਰਤਾਰ ਸਿੰਘ ਜੀ, ਜਿਨ੍ਹਾਂ ਨੇ ਗੁਰਮਤ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਵਿਖੇ ਤਨਦੇਹੀ ਦੇ ਨਾਲ ਸੇਵਾ ਨਿਭਾਈ, ਜਿੱਥੇ ਉਹਨਾਂ ਦੇ ਨਾਂ 'ਤੇ ਉਹ ਗੁਰਮਤ ਸੰਗੀਤ ਅਕੈਡਮੀ ਵੀ ਅਸੀਂ ਉਹਦਾ ਨਾਂ ਰੱਖ ਰਹੇ ਹਾਂ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਰਦਾਰ ਹਰਿੰਦਰ ਸਿੰਘ ਜੀ ਸਾਡੇ ਰਣੀਆਂ ਸਾਬਕਾ ਮੈਂਬਰ, ਹੁਣ ਉਹਨਾਂ ਦੇ ਘਰ ਵਾਲੇ ਮੈਂਬਰ ਆ। ਉਹਨਾਂ ਤੋਂ ਇਲਾਵਾ ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼, ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗਿਆਨੀ ਰਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਪਟਨਾ ਸਾਹਿਬ ਤਖਤ ਸਾਹਿਬ ਦੇ, ਉਹ ਵੀ ਸਾਨੂੰ ਵਿਛੋੜਾ ਦੇ ਕੇ ਚਲ ਗਏ। ਔਰ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਦਾਸ ਸਿੰਘ ਜੀ, ਜਿਹੜੇ ਬਹੁਤ ਇੱਕ ਮੈਂ ਸਮਝਦਾ ਇਨਸਾਈਕਲੋਪੀਡੀਆ ਸੀਗਾ ਹੱਡੀਆਂ ਦਾ, ਔਰ ਸਾਡੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਟਰਸਟੀ ਵੀ ਸੀਗੇ, ਉਹ ਵੀ ਸਾਡੇ ਤੋਂ ਵਿਛੜ ਗਏ। ਉਹਨਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਸੋਗ ਮਤੇ ਵੀ ਅੱਜ ਪਾਏ ਗਏ। ਉਹ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਅੱਜ ਪੰਜਾਬ ਦੀ ਰਾਜ ਸੱਤਾ ਨੂੰ ਹਥਿਆਉਣ ਲਈ ਹੋਛੇ ਹੱਥਕੰਡੇ ਵਰਤਣ ਵਾਲੇ ਜਿਹੜੇ ਬੈਠੇ ਤਾਂ ਦਿੱਲੀ ਦੇ ਵਿੱਚ ਆ, ਔਰ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦਾ ਬਹੁਤ ਇੱਕ ਸਰਗਰਮ ਜਿਹੜਾ ਮੁੱਦਾ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜੀ ਦੀ ਰਿਹਾਈ ਦਾ, ਉਹਨਾਂ ਦਾ ਕੇਸ ਰਿਜੈਕਟ ਕਰਨਾ, ਮੈਂ ਸਮਝਦਾ ਇਹ ਸਿੱਖ ਜਜ਼ਬਾਤਾਂ ਦੇ ਨਾਲ ਇੱਕ ਖਿਲਵਾੜ ਆ। ਕਿਉਂਕਿ 550ਵੀਂ ਗੁਰੂ ਪਾਤਸ਼ਾਹ ਦੀ ਉਸ ਪਵਿੱਤਰ ਪ੍ਰਕਾਸ਼ ਦਿਹਾੜੇ 'ਤੇ ਇਹਦੀ ਮੌਤ ਦੀ ਸਜ਼ਾ ਜਿਹੜੀ ਉਹ ਮਾफ़ ਕੀਤੀ ਗਈ ਸੀ, ਔਰ ਉਹ ਉਮਰ ਕੈਦ ਕੱਟਣ ਨੂੰ 95 ਤੋਂ ਲਗਾਤਾਰ ਜੇਲ੍ਹ ਦੇ ਵਿੱਚ ਆ। ਸੋ ਅੱਜ ਦੀ ਐਗਜ਼ੈਕਟਿਵ ਨੇ ਉਹਨਾਂ ਦਾ ਇਹ ਸਿੱਖ ਪ੍ਰਤੀ ਅਤੇ ਪੰਜਾਬ ਪ੍ਰਤੀ ਰਵੱਈਏ ਦੀ ਪੂਰਨ ਜ਼ੋਰ ਨਿਖੇਧੀ ਨਹੀਂ ਕੀਤੀ, ਇਸ ਗੱਲ ਦੀ ਵਿਰੋਧਤਾ ਵੀ ਕੀਤੀ ਆ ਕਿ ਇਹ ਇੱਕ ਕੋਝਾ ਯਤਨ ਹੋ ਰਿਹਾ ਪੰਜਾਬ ਦੀ ਤਾਕਤ ਨੂੰ ਹਥਿਆਉਣ ਦਾ। ਔਰ ਨਾਲ ਜਿਹੜੀ ਸਭ ਤੋਂ ਮਾੜੀ ਕਿ ਕਿਸ਼ੋਰੀ ਲਾਲ ਜਿਹਨੂੰ ਕਸਾਈ ਕਹਿ ਕੇ ਸੰਬੋਧਨ ਕੀਤਾ ਜਾਂਦਾ, ਉਹਨੂੰ ਲਗਭਗ 7 ਵਾਰ ਪੈਰੋਲ ਦਿੱਤੀ ਗਈ ਅਤੇ 13 ਵਾਰੀ ਉਹਦੀ ਫਰਲੋ ਹੋਈ। ਜਿਹੜਾ ਦਿੱਲੀ ਦੀ ਨਸਲਕੁਸ਼ੀ ਦੇ ਵਿੱਚ ਮੇਨ ਤੌਰ 'ਤੇ ਜਿਹੜਾ ਮੁਲਜ਼ਮ ਸੀਗਾ, ਇਹ ਦਿੱਲੀ ਸਰਕਾਰ ਨੇ ਕੀਤਾ। ਔਰ ਇੱਕ ਹੋਰ ਵੀ ਸਾਡੇ ਕੋਲ, ਕਿਉਂਕਿ ਉਸ ਵੇਲੇ ਦੇ ਪੇਪਰ ਵਿੱਚ ਖਬਰ ਛਪੀ ਆ ਕਿ ਦਿੱਲੀ ਦੀ ਨਸਲਕੁਸ਼ੀ ਦੇ ਵਿੱਚ ਕਾਂਗਰਸ ਦਾ ਕੋਈ ਕਸੂਰ ਨਹੀਂ, ਇਹ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ। ਸੋ ਸ਼੍ਰੋਮਣੀ ਕਮੇਟੀ ਨੇ ਕਿਉਂਕਿ ਸਿੱਖ ਜਜ਼ਬਾਤਾਂ ਦੇ ਨਾਲ ਇਹ ਖਿਲਵਾੜ ਕਰਨ ਵਾਲੇ ਇਹਦਾ ਵੀ ਗੰਭੀਰ ਨੋਟਿਸ ਲਿਆ, ਅਤੇ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕੀਤੀ ਆ ਕਿ ਜਿਹੜਾ ਇਹ ਮਤਾ ਹੋ ਚੁੱਕਾ ਉਸ ਮਤੇ ਨੂੰ ਲਾਗੂ ਕੀਤਾ ਜਾਵੇ। ਉਹ ਤੋਂ ਇਲਾਵਾ ਸਾਡੇ ਜਿੰਨੇ ਵੀ ਸਿੱਖ ਸੰਘਰਸ਼ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜਿਹੜੇ ਕੈਦਾਂ ਕੱਟ ਰਹੇ ਆ, ਉਹਨਾਂ ਨੂੰ ਵੀ ਜਿਹੜਾ ਆ ਉਹ ਰਿਹਾ ਕੀਤਾ ਜਾਵੇ। ਇਹ ਸਾਡੀ ਮੁੱਖ ਮੰਗ ਅੱਜ ਦੀ ਸੀਗੀ। ਉਹਨਾਂ ਤੋਂ ਇਲਾਵਾ ਪਿਛਲੇ ਦਿਨੀ ਇੱਕ ਰਾਜਸਥਾਨ ਦੇ ਫੇਸਬੁੱਕ ਦੇ ਉੱਤੇ ਸਵਾਮੀ ਬ੍ਰਹਮਦੇਵ ਜੀ ਡੇਰੇ ਵੱਲੋਂ ਸੋਸ਼ਲ ਮੀਡੀਆ 'ਤੇ ਗੁਰਬਾਣੀ ਦੀ ਇੱਕ ਤੁਕ ਵਿੱਚ ਬਦਲ ਦਿੱਤੀ ਗਈ ਸੀ। ਉਹ ਅਸੀਂ ਜਿੱਥੇ ਸਾਈਬਰ ਬ੍ਰਾਂਚ ਨੂੰ ਅਸੀਂ ਕਿਹਾ ਸੀ ਕਿ ਇਹਨਾਂ ਦੀ ਘੋਖ ਕਰਕੇ ਪਰਚਾ ਦਰਜ ਕੀਤਾ ਜਾਵੇ, ਉਹਨੇ ਆ ਕੇ ਅਨਕੰਡੀਸ਼ਨਲ ਉਹ ਪੇਜ ਵੀ ਆਪਣਾ ਵਾਪਸ ਲਿਆ, ਅਤੇ ਉਹ ਅੱਜ ਆ ਕੇ ਮਾफ़ੀ ਮੰਗ ਗਏ ਆ ਕਿ ਸਾਡੇ ਨੁਮਾਇੰਦੇ ਨੇ ਜਿਹੜੀ ਇਹ ਬਹੁਤ ਵੱਡੀ ਗਲਤੀ ਕੀਤੀ ਸੀ। ਇੱਕ ਪਿਛਲੇ ਸਮੇਂ ਦੌਰਾਨ ਜਿਹੜੇ ਬੱਚੇ ਪੇਪਰ ਦੇਣ ਗਏ, ਉੱਥੇ ਕਕਾਰਾਂ ਦਾ ਬੜਾ ਵੱਡੀ ਬੇਅਦਬੀ ਕੀਤੀ ਗਈ, ਕਿਸੇ ਦਾ ਕੜਾ ਲਹਾ ਲਿਆ, ਸ੍ਰੀ ਸਾਹਿਬਾਂ ਲਹਾ ਲਈਆਂ, ਦਸਤਾਰਾਂ ਦੀਆਂ ਉੱਥੇ ਤਲਾਸ਼ੀਆਂ ਕੀਤੀਆਂ ਗਈਆਂ। ਉਹ ਅਸੀਂ ਇੱਕ ਸਬ ਕਮੇਟੀ ਬਣਾ ਦਿੱਤੀ ਆ, ਜਿਹੜੀ ਸਬ ਕਮੇਟੀ ਇਸ ਸਾਰੇ ਕਾਰਜ ਦੀ ਘੋਖ ਕਰਕੇ ਉਹ ਰਿਪੋਰਟ ਜਿਹੜੀ ਆ ਉਹ ਤਿਆਰ ਕਰੂਗੀ, ਜਿਹੜੀ ਫਿਰ ਉਹ ਸੈਂਟਰ ਸਰਕਾਰ ਨੂੰ ਉਹਦੀ ਜਿਹੜੀ ਸਾਰੀ ਭੇਜਾਂਗੇ ਵੀ ਰਿਪੋਰਟ। ਦੂਸਰਾ
ਜਿਹੜੇ ਪ੍ਰੋਫੈਸਰ ਕਰਤਾਰ ਸਿੰਘ ਜੀ ਉਹਨਾਂ ਦੀ ਇੱਕ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਉਹ ਵੀ ਲਾਉਣ ਦਾ ਅੱਜ ਨਿਰਣਾ ਲਿਆ ਗਿਆ। ਤੇ ਜਿਹੜੀ ਗੁਰਮਤਿ ਸੰਗੀਤ ਅਕੈਡਮੀ ਆ ਉਹਦਾ ਨਾਮ ਵੀ ਪ੍ਰੋਫੈਸਰ ਸਾਹਿਬ ਦੇ ਨਾਂ ਦੇ ਉੱਤੇ ਰੱਖਣ ਦਾ ਜਿਹੜਾ ਆ ਉਹ ਅੱਜ ਫੈਸਲਾ ਹੋਇਆ। ਦੂਸਰਾ ਇੱਕ ਸਾਡੇ ਬੜੇ ਲੰਮੇ ਸਮੇਂ ਦੀ ਮੰਗ ਸੀ ਕਿ ਬਰਗਾੜੀ 'ਚ ਜਿਹੜੇ ਦੋ ਸਾਡੇ ਸਿੰਘ ਸ਼ਹੀਦ ਹੋ ਗਏ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜੀ, ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਉਹ ਸਿੱਖ ਅਜਾਇਬ ਘਰ ਦੇ ਵਿੱਚ ਉਹ ਲਾਉਣ ਦੀ ਅੱਜ ਪ੍ਰਵਾਨਗੀ ਹੋਈ ਆ। ਸੋ ਅਸੀਂ ਜਿੱਥੇ ਲਗਭਗ ਸੋਗ ਮਤੇ ਜਾਂ ਉਸ ਦਿੱਲੀ ਦੀ ਸਰਕਾਰ ਤੋਂ ਜਿਹੜੀ ਆਪਣਾ ਪੰਜਾਬ ਦੇ ਵਿੱਚ ਤਰਜਮਾਨੀ ਦਾ ਰਾਜ ਸੱਤਾ ਲਈ ਕਰ ਰਹੀ ਆ, ਪਰ ਸਿੱਖ ਜਜ਼ਬਾਤਾਂ ਦੇ ਨਾਲ ਹਮੇਸ਼ਾ ਹੀ ਖਿਲਵਾੜ ਕਰ ਰਹੀ ਆ, ਉਹਦੀ ਵੀ ਸਾਰੀ ਐਗਜ਼ੈਕਟਿਵ ਨੇ ਸਮੁੱਚੇ ਤੌਰ 'ਤੇ ਪੁਰਜ਼ੋਰ ਨਿਖੇਧੀ ਕੀਤੀ ਆ। ਸੋ ਅਸੀਂ ਮੰਗ ਵੀ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਥੋੜ੍ਹਾ ਗੰਭੀਰ ਆ। ਪੰਜਾਬ ਦੇ ਲੋਕਾਂ ਨੇ ਬੜੇ ਸੋਚ ਤੇ ਸਮਝ ਦੇ ਨਾਲ, ਵਿਚਾਰਤਾ ਨਾਲ, ਗੰਭੀਰਤਾ ਨਾਲ ਆਪਣੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਲਗਭਗ ਇਹ ਸਾਰੇ ਸੀ। ਦੂਜਾ ਜਿਹੜਾ ਸਭ ਤੋਂ ਇੱਕ ਅਹਿਮ ਪਿਛਲੇ ਵੇਲੇ ਵੀ ਚੱਲਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ, ਸਿੰਘ ਸਾਹਿਬ ਵੱਲੋਂ ਵੀ ਅਸੀਂ ਇਹਨਾਂ ਸ਼ਬਦਾਂ ਦੇ ਉੱਤੇ ਇਹ ਅਸੀਂ ਕਿਹਾ ਸੀ ਕਿ ਜਿਹੜੇ ਸ਼ਬਦ ਆ ਗੁਰਮਤਿ ਅਨੁਕੂਲ ਨਹੀਂ ਗਏ, ਇਹ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਜਾਵੇ, ਉਹ ਕਮੇਟੀ ਇਹਦੇ ਬਾਰੇ ਨਿਰਣਾ ਕਰੂਗੀ। ਤੇ ਅੱਜ ਦੀ ਐਗਜ਼ੈਕਟਿਵ ਨੇ ਸਮੁੱਚੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਇਹ ਜਿਹੜਾ 26 ਦਸੰਬਰ ਦਾ ਦਿਨ ਆ, ਇਹਦਾ ਨਾਮ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਇਕੱਤਰ ਹੋ ਕੇ ਉਹਦਾ ਨਾਂ ਤਜਵੀਜ਼ ਕਰਨਗੇ। ਸੋ ਕਾਹਲੀ ਦੇ ਵਿੱਚ ਕੋਈ ਸਟੈਪ ਨਾ ਚੱਕਣ, ਗੁਰਮਤਿ ਅਨੁਕੂਲ ਉਹਨਾਂ ਮਹਾਨ ਗੁਰੂ ਕੇ ਜਿਹੜੇ ਸਾਹਿਬਜ਼ਾਦੇ ਆ ਉਹਨਾਂ ਦਾ ਉਹ ਵੀਰ ਬਾਲ ਦਿਵਸ ਜਿਹੜਾ ਆ ਉਹ ਨਾਮ ਬਦਲ ਕੇ ਉਹ ਗੁਰਮਤਿ ਅਨੁਕੂਲ ਜਿਹੜਾ ਅਕਾਲ ਤਖਤ ਸਾਹਿਬ ਪ੍ਰਪੋਜ਼ ਕਰਨਗੇ ਉਹਦੇ ਮੁਤਾਬਕ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅਸੀਂ ਤਾਂ ਪਹਿਲਾਂ 2014 ਦੇ ਵਿੱਚ ਵੀ ਉਹਦੇ, ਕਿਉਂਕਿ ਉਦੋਂ ਸਜ਼ਾ ਹੋ ਚੁੱਕੀ ਸੀ ਉਹਨਾਂ ਨੂੰ, ਤੇ ਉਸ ਵੇਲੇ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮੈਂ ਆਪ ਉਸ ਡੈਪੂਟੇਸ਼ਨ ਦੇ ਵਿੱਚ ਗਿਆ ਸੀ। ਅਸੀਂ ਤਾਂ ਤਦ ਦੇ ਯਤਨਸ਼ੀਲ ਹਾਂ, ਕਾਨੂੰਨੀ ਲੜਾਈ ਵੀ ਅਸੀਂ ਲੜ ਰਹੇ, ਭਾਵੇਂ ਉਹਨਾਂ ਦਾ ਪਰਿਵਾਰ, ਉਹਨਾਂ ਦੀ ਵਾਈਫ ਲੜ ਰਹੀ ਆ, ਪਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਵਕੀਲਾਂ ਦੇ ਤੌਰ 'ਤੇ ਉਹਨਾਂ ਦੀ ਪੈਰਵਾਈ ਕਰ ਰਹੇ ਹਾਂ। ਪ੍ਰਧਾਨ ਜੀ, ਕੱਲ ਕੁਝ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਅਸੀਂ 26 ਤਰੀਕ ਤੱਕ ਕੇਜਰੀਵਾਲ ਨੂੰ ਟਾਈਮ ਦਿੰਦੇ ਹਾਂ, ਅਗਰ ਨਹੀਂ ਤਾਂ ਅਸੀਂ ਸਾਰੇ ਉਹਦੇ ਕੈਂਡੀਡੇਟਸ ਦਾ ਜਿਹੜਾ ਘਿਰਾਓ ਕਰਾਂਗੇ। ਦੇਖੋ, ਹਰ ਇੱਕ ਜਿਹੜੇ ਇਸ ਪੰਜਾਬ ਦੀ ਧਰਤੀ 'ਤੇ ਲੋਕ ਵਸਦੇ ਆ, ਉਹਨਾਂ ਨੂੰ ਹਰ ਇੱਕ ਨੂੰ ਅਧਿਕਾਰ ਆ ਆਪਣੇ ਹਿਸਾਬ ਦੇ ਨਾਲ ਫੈਸਲੇ ਲੈਣ ਦਾ। ਉਹਨਾਂ ਜਥੇਬੰਦੀਆਂ ਨੇ ਆਪਣੇ ਫੈਸਲੇ ਲਏ ਆ, ਉਹਨਾਂ ਨੂੰ ਜੀ ਆਇਆਂ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਜਮਾਤ ਆ, ਇਹ ਵੀ ਆਪਣੇ ਤੌਰ 'ਤੇ ਜਿਹੜੇ ਫੈਸਲੇ ਆ ਉਹ ਲੈਣ 'ਚ ਸਮਰੱਥ ਆ। ਸੋ ਜਿਹੜੇ ਗੁਰਮਤਿ ਅਨੁਕੂਲ ਫੈਸਲੇ ਹੋਣਗੇ ਉਹ ਵੀ ਅਸੀਂ ਲਵਾਂਗੇ। ਭਾਈ ਰਾਜੋਆਣਾ ਤੇ ਭਾਈ ਹਵਾਰਾ ਦੀ ਵੀ ਰਿਹਾਈ, ਜੇ ਇਹਨਾਂ ਦੇ ਨਾਲ ਹੋਰ ਸਿੱਖ ਨੇ ਜਿਹੜੇ ਰਿਹਾਈ, ਕਿੱਦਾਂ ਦੇ ਉਪਰਾਲੇ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ? ਦੇਖੋ, ਭਾਈ ਰਾਜੋਆਣਾ ਸਾਹਿਬ, ਉਹਨਾਂ ਦੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਭੈਣ ਪੈਰਵਾਈ ਕਰ ਰਹੀ ਆ, ਜਿਹਦੀ ਪੈਰਵਾਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ, ਤੇ ਬਾਕੀ ਵੀ ਅਸੀਂ ਤਾਂ ਸਮੁੱਚੇ ਤੌਰ 'ਤੇ ਜਿੰਨੇ ਵੀ, ਮੈਨੂੰ ਤਾਂ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਵੀ 37 ਸਾਲ ਹੋ ਗਏ, ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸੋਲਿਟਰੀ ਕਨਫਾਈਨਮੈਂਟ ਕੱਟਣੀ ਬੜੀ ਔਖੀ, ਜਿਹੜੇ ਕੱਟਦੇ ਆ ਉਹਨਾਂ ਨੂੰ ਪਤਾ, ਜਿਹੜੇ ਚੱਕੀ ਵਿੱਚ ਬਾਹਰੋਂ ਬੂਹਾ ਲੱਗ ਜਾਂਦਾ ਨਾ ਖੜਾਕ ਦੇਣੀ, ਤੇ ਫਿਰ ਕੋਈ ਮਾਈ ਦਾ ਯੋਧਾ ਹੈ ਜਿਹੜਾ ਉਹ ਉੱਥੇ ਵਿਚਰਦਾ ਆ, ਉਹ ਤਾਂ 37 ਸਾਲ ਹੋ ਗਏ ਆ। ਜਿਹੜੇ ਕੁਝ ਰਿਹਾ ਵੀ ਹੋ ਕੇ ਆਉਂਦੇ ਆ, ਉਹਨਾਂ ਦਾ ਵੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਜਮਾਨੀ ਸਿੱਖਾਂ ਦੀ ਕਰਦੀ ਆ, ਉਹਨਾਂ ਦੇ ਰਹਿਣ ਵਸੇ ਵੇਲੇ ਵੀ ਅਸੀਂ ਜੋ ਮਾਇਕ ਤੌਰ ਤੇ ਕੋਈ ਸਹਾਇਤਾ ਕਰ ਸਕਦੇ ਉਹ ਕਰਦੇ ਹਾਂ। ਉਹ ਮੀਟਿੰਗਾਂ ਕਿਉਂਕਿ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਟਕਸਾਲ ਵਾਲੇ ਉਹ ਬੰਬੇ ਗਏ, ਉਹ ਮੇਰੇ ਖਿਆਲ 27 ਨੂੰ ਨਹੀਂ ਆ ਜਾਣਾ ਆ। ਇੱਕ ਮੀਟਿੰਗ ਉਹ ਕਰ ਚੁੱਕੇ ਆ, ਦੂਜੀ ਮੀਟਿੰਗ 'ਚ ਉਹ ਛੇਤੀ ਕਹਿੰਦੇ ਆ ਵੀ ਅਸੀਂ ਰਿਪੋਰਟ ਜਿਹੜੀ ਉਹਦੇ ਤੇ ਤੁਹਾਨੂੰ ਦੇ ਦਿਆਂਗੇ। ਤੁਸੀਂ ਕਾਨੂੰਨੀ ਮਾਹਰ ਜੋ, ਤੁਹਾਨੂੰ ਪਤਾ ਕਿ ਜੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ
ਦਿੱਲੀ ਸਰਕਾਰ ਨਹੀਂ ਕਰਦੀ ਤੇ ਕੇਂਦਰ ਸਰਕਾਰ ਨੂੰ ਇੱਥੇ ਦਖਲ ਦੇ ਕੇ ਫੈਸਲਾ ਲੈਣਾ ਚਾਹੀਦਾ ਹੈ। ਦੇਖੋ ਕੁਝ ਪੈਰੋਗੇਟਿਵ ਹੁੰਦੇ ਆ ਸਰਕਾਰਾਂ ਦੇ ਸਟੇਟ ਵਾਈਜ਼, ਉਹ ਜੇ ਹੁਣ ਨਾ ਕਰਨਗੇ ਫਿਰ ਅਸੀਂ ਤਾਂ ਆਪਣਾ ਯਤਨਸ਼ੀਲ, ਉਹਦੀ ਪਹਿਲਾਂ ਵਾਈਫ ਕਰ ਰਹੀ ਆ ਤੇ ਫਿਰ ਅਸੀਂ ਵੀ ਆਪਣੇ ਤੌਰ ਤੇ ਕਰਾਂਗੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸਿੱਖ ਜਥੇਬੰਦੀਆਂ ਦਾ ਤੇ ਸ਼੍ਰੋਮਣੀ ਕਮੇਟੀ ਦਾ ਇੱਕ ਸਾਂਝਾ ਮੰਚ ਹੋਵੇ ਜਿਹਦੇ ਵਿੱਚ ਬੈਠ ਕਰਕੇ ਦੇਖੋ ਹਰ ਇੱਕ ਜਥੇਬੰਦੀ ਦਾ ਅਧਿਕਾਰ ਆ, ਚੰਗੀ ਗੱਲ ਆ ਇਕੱਠੇ ਹੋ ਜਾਣ ਸਾਰੇ, ਪਰ ਉਹਨਾਂ ਨੇ ਹੁਣ ਇਹ ਕਿਉਂਕਿ ਘਰਾਓ ਦਾ ਕਰ ਦਿੱਤਾ, ਅਸੀਂ ਤਾਂ ਆਪਣੇ ਤੌਰ ਦੇ ਉੱਤੇ ਉਹਦੀ ਕਾਨੂੰਨੀ ਪੈਰਵਾਈ ਕਰਾਂਗੇ। ਹੋਰ ਜਿਹੜਾ ਕੋਈ ਐਗਜ਼ੈਕਟਿਵ ਫੈਸਲਾ ਕਰੂਗੀ ਉਹਦੇ ਮੁਤਾਬਕ ਅਸੀਂ ਉਹਦੇ ਤੇ ਅਮਲ ਕਰਾਂਗੇ। ਪ੍ਰਧਾਨ ਜੀ, ਕੋਵਿਡ ਦਾ ਦੌਰ ਹੈ, ਹੁਣ ਕਾਫੀ ਜਿਹੜਾ ਪੈਰ ਪਸਾਰ ਰਿਹਾ ਕੋਵਿਡ ਹੋਰ, ਉਹਨੂੰ ਲੈ ਕੇ ਕੀ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਪਹੁੰਚਦੀ ਦਰਬਾਰ ਸਾਹਿਬ? ਦੇਖੋ ਤੁਸੀਂ ਦੇਖ ਰਹੇ ਹੋਣੇ ਆ ਦਰਬਾਰ ਸਾਹਿਬ ਦੇ ਵਿੱਚ ਵੀ ਜਿੱਲੇ ਹੁਣ ਜਿੱਥੋਂ ਆਪਾਂ ਦਰਸ਼ਨ ਜੋੜੀ ਤੋਂ ਐਂਟਰ ਹੁੰਦੇ ਉੱਥੇ ਲਾਈਨਾਂ ਲਾਤੀਆਂ, ਅੱਗੇ ਸਾਰੇ ਇਕੱਠੇ ਹੁੰਦੇ ਸੀ। ਹੁਣ ਕੋਵਿਡ ਦੀ ਜਿਹੜੀ ਅਸੀਂ ਕਿਉਂਕਿ ਅੰਦਰਲਾ ਪ੍ਰਬੰਧ ਸਿੰਘ ਸਾਹਿਬ ਨੇ ਉਹਨਾਂ ਨੇ ਦੇਖਣਾ, ਜਿਹੜਾ ਬਾਹਰਲਾ ਪ੍ਰਕਰਮਾਂ ਦਾ ਹੈ ਉਹਦੇ ਵਿੱਚ ਸੈਨੀਟਾਈਜ਼ਰ ਵੀ, ਤੇ ਅਸੀਂ ਜੇ ਕਹਿੰਦੇ ਕੋਈ ਮਾਸਕ ਬੰਨ੍ਹ ਕੇ ਜਾਣਾ ਚਾਹਵੇ ਜਾ ਜਾਵੇ, ਪਰ ਅੰਦਰ ਨਹੀਂ ਇਜਾਜ਼ਤ। ਸੋ ਕੋਵਿਡ ਦੀ ਅਸੀਂ ਪੁਰਜ਼ੋਰ ਜਿਹੜੀ ਆ ਉਹਦੀ ਨਿਯਮਾਂ ਦੀ ਪਾਲਣਾ ਕਰਦੇ ਹਾਂ। ਕਈ ਸਿਆਸਤਦਾਨ ਤੁਹਾਡੇ ਤੇ ਸਵਾਲ ਕਰ ਰਹੇ ਨੇ ਕਿ ਜਿਹੜਾ ਵੀਰਵਾਰ ਦਿਵਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਤੇ ਉਹਦੇ ਉੱਪਰ ਹਰਜਿੰਦਰ ਸਿੰਘ ਧਾਮੀ ਸਿਆਸਤ ਕਰ ਰਹੇ ਨੇ, ਇਸ ਤਰੀਕੇ ਦੇ ਇਲਜ਼ਾਮ ਤੁਹਾਡੇ ਉੱਪਰ ਲੱਗ ਰਹੇ ਨੇ। ਦੇਖੋ ਕਹਿਣ ਵਾਲੇ ਤਾਂ ਜੋ ਮਰਜ਼ੀ ਕਹੀ ਜਾਣ, ਜੇ ਬੰਦੇ ਨੇ ਗੱਲ ਕੋ ਮੰਨਣੀ ਨਾ ਹੋਵੇ, ਪਰ ਮੈਂ ਕਹਿਣਾ ਚਾਹੁੰਦਾ ਇਹ ਜਿਹੜਾ ਵੀਰ ਸਾਡੇ ਸਿੱਖ ਦੇ ਕਸਟਮ ਆ, ਸਾਡੀ ਕਹਿ ਲਈਏ ਵੀ ਬਾਬਾ ਬੁੱਢਾ ਜੀ ਨੂੰ ਬਾਬਾ ਕਰਕੇ ਸੰਬੋਧਨ ਗੁਰੂ ਸਾਹਿਬ ਜੀ ਨੇ ਕੀਤਾ, ਭਾਈ ਗੁਰਦਾਸ ਜੀ ਨੂੰ ਭਾਈ ਦਾ ਖਿਤਾਬ ਦਿੱਤਾ ਗਿਆ। ਸਾਡੇ ਦੋ ਇਹ ਉੱਚ ਸ਼ਬਦ ਆ ਜਿਹੜੇ ਗੁਰ ਇਤਿਹਾਸ ਨਾਲ ਕਹਿ ਲਓ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਆ। ਇਹ ਜਿਹੜਾ ਵੀਰ ਸ਼ਬਦ ਆ ਇਹ ਵੀ ਇੱਕ ਸੈਕਟ ਜਿਹੜਾ ਇੱਥੇ ਇੰਡੀਆ ਦੇ ਵਿੱਚ ਆ ਉਹਦੇ ਨਾਲ ਆ, ਉਹ ਆਪਣੇ ਹਰ ਇੱਕ ਦੇ ਨਾਲ ਵੀਰ ਲਾਉਂਦੇ ਆ। ਚਲੋ ਉਹਨਾਂ ਨੂੰ ਮੁਬਾਰਕ ਆ ਉਹ ਲਾਉਣ, ਪਰ ਇਹ ਸਾਡੇ ਤਿੰਨੇ ਜਿਹੜੇ ਸ਼ਬਦ ਆ ਯੋਗ ਨੇਗੇ, ਇਸ ਕਰਕੇ ਅਸੀਂ ਕਰ ਰਹੇ ਹਾਂ। ਇਹਨੂੰ ਰਾਜਨੀਤਿਕ ਐਵੇਂ ਕਿੱਦਾਂ ਕਹਿ ਸਕਦੇ ਹਾਂ ਕਿ ਸਾਡਾ ਤਾਂ ਸ਼ਬਦਾਂ ਦੇ ਉੱਤੇ ਤਿੰਨਾਂ ਦੇ ਉੱਤੇ ਆ। ਤੇ ਦੂਜੀ ਗੱਲ, ਜੇ ਰਾਜਨੀਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਕਰੂਗਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਤੋਂ ਵਿੱਚੋਂ ਆਇਆ, ਤੇ ਫਿਰ ਹੋਰ ਕੌਣ ਕਰੂਗਾ? ਇਹ ਤਾਂ ਮੇਰਾ ਖਿਆਲ ਆਪਾਂ ਨੂੰ ਉਵੇਂ ਨਹੀਂ ਗੱਲ ਸੌਂਦੀ ਨਹੀਂ, ਸਵਾਲ ਹੀ ਜਿਹੜਾ ਆ ਨਹੀਂ ਕਰਨਾ ਚਾਹੀਦਾ, ਕਿਉਂਕਿ ਮੈਂ ਵੀ ਅਕਾਲੀ ਦਲ ਦਾ ਇੱਕ ਹਿੱਸਾ ਆ ਤੇ ਮੈਨੂੰ ਪੂਰਾ ਅਧਿਕਾਰ ਆ। ਮੀਰੀ ਪੀਰੀ ਦਾ ਸਾਡਾ ਸਿਧਾਂਤ ਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥ ਰਤਨ, ਉਹ ਕਿਸੇ ਵੇਲੇ 1977 ਵਿੱਚ ਪਾਰਲੀਮੈਂਟ ਦੀ ਆਪਣੇ ਪਟਿਆਲੇ ਤੋਂ ਜਿੱਤੇ ਵੀ ਸੀਗੇ ਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਆ। ਸੋ ਇਹ ਕਿਸ ਕਰਕੇ ਇਹਨੂੰ ਰਾਜਨੀਤੀ ਦੀ ਰੰਗਤ ਦੇਣਾ ਬਹੁਤ ਗਲਤ ਆ। ਕੁਛ ਹੈਗੇ ਜਿਹੜੇ ਈਰਖਾ ਬਸ ਹੁਣ ਕਿਉਂਕਿ ਨਵੇਂ ਬਣੇ ਆ, ਉਹ ਇਦਾਂ ਦੀਆਂ ਗੱਲਾਂ ਕਰਦੇ ਆ, ਪਰ ਇਵੇਂ ਦੀ ਗੱਲ ਨਹੀਂ ਹੈ। ਅੱਜ ਕੱਲ੍ਹ ਸਿੱਖ ਆਗੂਆਂ ਦਾ ਬੀਜੇਪੀ ਜਾਣ ਦਾ ਬੜਾ ਤੇਜ਼ੀ ਨਾਲ ਰੁਝਾਨ ਚੱਲ ਰਿਹਾ। ਦੇਖੋ ਬੇਨਤੀ ਇਹ ਆ ਕਿ ਜਿਹੜੇ ਬੰਦੇ ਨੂੰ ਰਾਜ ਸੱਤਾ ਦਾ ਝਾਸ ਪੈ ਜਾਏ ਫਿਰ ਉਹ ਕਿਤੇ ਨਾ ਕਿਤੇ ਹੱਥ ਮਾਰਦਾ ਹੀ ਆ, ਪਰ ਮੈਂ ਸਮਝਦਾ ਵੀ ਇਹ ਫਿਰ ਦੁੱਖ ਬਹੁਤ ਤਕਲੀਫ ਬਹੁਤ ਮਹਿਸੂਸ ਕਰਦੇ ਆ। ਵਿਚਾਰਧਾਰਾ ਦੀ ਲੜਾਈ ਆ। ਮੈਂ ਰਾਜਨੀਤਿਕ ਬੰਦਿਆਂ ਨੂੰ ਨਹੀਂ ਕੁਝ ਵੀ ਕਹਿੰਦਾ, ਮੈਂ ਰਾਜਨੀਤਿਕ ਜਿਹੜੇ ਬੰਦੇ ਉਹ ਕਰੀ ਜਾਣ, ਕਿਉਂਕਿ ਉਹ ਬੀਜੇਪੀ 'ਚ ਜਾਣ ਜਾਂ ਕਿਸੇ 'ਚ ਵੀ ਜਾ ਸਕਦੇ ਆ। ਜਿਹੜੇ ਧਾਰਮਿਕ ਅਗਵਾਈ ਸਾਡੀ ਕਰਦੇ ਰਹੇ ਜਾਂ ਕਰਦੇ ਆ, ਉਹ ਜੇ ਬੀਜੇਪੀ 'ਚ ਜਾਣ ਉੱਤੇ ਮੇਰਾ ਇਤਰਾਜ਼ ਹੈ। ਧਾਰਮਿਕ ਅਗਵਾਈ ਕਰਨ ਵਾਲੀ ਜਿਹੜੀ ਆਪਣੀ ਸ਼੍ਰੋਮਣੀ ਅਕਾਲੀ ਦਲ ਸੰਸਥਾ ਰਹੀ ਪਾਰਟੀ ਹੈ, ਇਹਦਾ ਵੀ ਗੱਠਜੋੜ ਰਿਹਾ ਬੀਜੇਪੀ ਦੇ ਨਾਲ। ਬੀਜੇਪੀ ਦੇ ਨਾਲ ਇਦਾਂ ਸੀ, ਉਹ ਇੱਕ ਰਾਜਸੀ ਗੱਠਜੋੜ ਸੀ। ਜਿਸ ਵੇਲੇ ਮੁੱਦਿਆਂ ਦੀ ਗੱਲ ਆਈ ਆ ਉਸ ਵੇਲੇ ਮੁੱਦਿਆਂ ਦੇ ਉੱਤੇ ਅਸੀਂ ਆਪਣੇ ਫਿਰ ਬੈਕਆਊਟ ਵੀ ਕੀਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਨਹੀਂ ਯਾਰ ਸੋਚਿਆ ਤਾਂ ਸਾਹਮਣੇ ਕਰਾ ਦਿਓ ਪੁਰਾਣੀ ਕਿਤਾਬ ਛਾਪੀ ਹੋਈ ਸੀ, ਖਤਮ ਹੋ ਗਈ ਸੀ, ਦੁਆਰੇ ਛਾਪ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਛਾਪੀ ਸੀ, ਹੁਣ ਅਸੀਂ ਤਾਂ ਮੁੜ ਕੇ ਨਵੇਂ ਸਿਰ ਤੋਂ ਐਡੀਸ਼ਨ ਮੁੜ ਕੇ ਜਿਹੜਾ ਆ ਉਹ ਅੱਜ ਨਹੀਂ, ਕੁਝ ਕਿਤਾਬਾਂ ਤੇ ਤੁਸੀਂ ਬੜੀਆਂ ਇਤਿਹਾਸਕ ਕੱਢੀਆਂ ਜੀ, ਸਿੱਖ ਕਤਲੇਆਮ ਹੋ ਗਈ ਆ ਹੋ ਗਈ, ਇਸ ਤਰ੍ਹਾਂ। ਚਲੋ ਇਹ ਕਿਤਾਬ ਵੀ ਕਿਉਂਕਿ ਸਿੱਖੀ ਨਾਲ ਰਿਲੇਟਡ ਹੈ, ਇਸ ਕਰਕੇ ਇਹਨੂੰ ਦੁਬਾਰਾ ਰੀਪ੍ਰਿੰਟ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।